करके अही तो जमीन नहीं देनी, भावें सानू मरना पै जे, मार के लै जाणगे लै जाण। ਜਿਹੜੇ ਸਾਡੇ ਸਾਥੀ ਆ ਪਿੰਡ ਵਾਲੇ, ਇਹਨਾਂ ਦਾ ਸਹਿਯੋਗ ਦੇ ਨਾਲ ਜਿਸੇ ਵੀ ਤਰ੍ਹਾਂ ਦਾ ਸਾਨੂੰ ਸੰਘਰਸ਼ ਕਰਨਾ ਪਿਆ, ਚਾਹੇ ਉਹ ਮਰਨ ਵਰਤ ਦਾ ਕਿਉਂ ਨਾ ਹੋਵੇ, ਅਸੀਂ ਹਰ ਸੰਘਰਸ਼ ਲਈ ਤਿਆਰ ਆ। ਤਾਂ ਧੱਕੇਸ਼ਾਹੀ ਆ जी, 36 साल केस लड़िया, किसी महकमे का पैसा नहीं लगा। इन्होंने लोगों गरीबों को यही रुपया 100-100 200 इकट्ठा करके हाई कोर्ट सुप्रीम कोर्ट तक 36 साल भुगताए। आले दे इलाके नूं सारियां जथेबंदियां नूं नाल लैके इत्थे वड्डा संघर्ष छेड़ांगे। किसी महकमे का टका नहीं लगा। जे हुण 5-4 साल हो गए सानू जमीन वाहन लगे हैं तो आ नवा शोशा डाटा जी रिक्वायर कर दो। मैं तो कहना जी पहली इंडस्ट्री वो सांभ लैन। मंडी गोविंदगढ़ देखो तुसीं फेल हो गया। सिटी स्कैंडल दे विच जो सीधा नाम आया सीगा कैप्टन साहब का, वह देखो जाके हाल लुधियाने दे विच वो किन्ने साल हो गए, इन्नी बिल्डिंग अधूरी खड़ी आ, सरीए उत्थे गल गए, किन्ना उत्थे सरकारी पैसा बर्बाद होया। उस पासे वाल ध्यान नहीं, जो पहली इंडस्ट्री आ उहनूं ओह चालू कर लैन, उहदा डिवेलपमेंट कर लैन, बजाए कि उपजाऊ जमीन आ। इस करके ये तो सीधी धक्केशाही है। सरकारां दा काम है लोकां नूं वसाउणा, सरकारां दा काम ये नहीं भी लोकां नूं याद दो। ਅਸੀਂ ਤਾਂ ਪੂਰੇ ਦੁਖੀ ਹਾਂ ਜੀ, ਭੁੱਖੇ ਮਰ ਜਾਵਾਂਗੇ ਜੇ ਜ਼ਮੀਨ ਰਿਕਵਾਇਰ ਹੋ ਗਈ। ਕਿੰਨੀਆਂ ਸਰਕਾਰਾਂ ਬਦਲ ਕੇ ਚੱਲ ਗਈਆਂ ਤੇ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਮੈਂ, ਤੇ ਕੈਪਟਨ ਸਾਹਿਬ ਸਾਡੇ ਬੁੜੇ ਹੀ ਮਰ ਗਏ ਸੀ, ਮਰ ਜਾਣਾ ਬਈ ਜੰਗਲ ਚ ਨਹੀਂ ਪਟਿਆ ਕਹਿੰਦੇ, ਤੂੰ ਕੌਣ ਨਾ ਪਟਣ ਵਾਲਾ। ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ਰੇਂਜ ਦੇ ਜੰਗਲ ਦੀ ਜ਼ਮੀਨ ਅਤੇ ਨਾਲ ਲੱਗਦੇ ਪਿੰਡਾਂ ਦੀ 1000 ਏਕੜ ਪੰਚਾਇਤੀ ਜ਼ਮੀਨ ਨੂੰ ਐਕਵਾਇਰ ਕਰਕੇ ਇਸ ਜ਼ਮੀਨ ਉੱਤੇ ਉਦਯੋਗਿਕ ਹੱਬ ਬਣਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਭਾਵੇਂ ਕਿ ਪੰਜਾਬ ਸਰਕਾਰ ਦੇ ਬੁਲਾਰੇ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਜੰਗਲ ਦੀ 2300 ਏਕੜ ਜ਼ਮੀਨ 'ਚੋਂ ਕੋਈ ਵੀ ਜਗ੍ਹਾ ਐਕਵਾਇਰ ਨਾ ਕੀਤੇ ਜਾਣ ਦਾ ਸਪਸ਼ਟੀਕਰਨ ਦਿੱਤਾ ਹੈ, ਪਰ ਇਸ ਦੇ ਬਾਵਜੂਦ ਹਲਕਾ ਸਾਹਨੇਵਾਲ ਦੇ ਇਹਨਾਂ ਪਿੰਡਾਂ 'ਚ ਭਾਰੀ ਖੌਫ ਦੇਖਿਆ ਜਾ ਰਿਹਾ ਹੈ, ਜਿਸ ਦਾ ਵੱਡਾ ਕਾਰਨ ਪਿਛਲੇ ਕਈ ਦਹਾਕਿਆਂ ਤੋਂ ਇਸ ਬੰਜਰ ਜ਼ਮੀਨ ਨੂੰ ਆਬਾਦ ਕਰਨ ਤੋਂ ਇਲਾਵਾ ਇਸ ਜ਼ਮੀਨ ਨੂੰ ਵੱਖ-ਵੱਖ ਪ੍ਰਕਾਰ ਦੇ ਕਬਜ਼ਿਆਂ ਤੋਂ ਛੁਡਵਾਉਣ ਲਈ ਪਿੰਡਾਂ ਦੇ ਗਰੀਬ ਕਾਸ਼ਤਕਾਰਾਂ ਦੀ ਮਿਹਨਤ ਦੀ ਕਮਾਈ ਅਦਾਲਤਾਂ 'ਚ ਖਰਚ ਹੋ ਜਾਣਾ ਵੀ ਹੈ। ਜੇਕਰ ਗੱਲ ਸੇਖੇਵਾਲ ਦੀ ਹੀ ਕੀਤੀ ਜਾਵੇ ਤਾਂ ਇੱਥੋਂ ਦੇ ਗਰੀਬ ਦਲਿਤ ਕਾਸ਼ਤਕਾਰਾਂ ਨੇ ਮੌਜੂਦਾ ਸਮੇਂ ਕਬਜ਼ੇ ਹੇਠਲੀ ਪੰਚਾਇਤੀ ਜ਼ਮੀਨ ਨੂੰ ਸਰਕਾਰ ਤੇ ਵਿਭਾਗਾਂ ਤੋਂ ਹੀ ਕਬਜ਼ਾ ਮੁਕਤ ਕਰਵਾਇਆ ਹੈ। ਉਹ ਮਹਿਜ ਕੁਝ ਸਾਲਾਂ ਤੋਂ ਇਸ ਜ਼ਮੀਨ ਤੇ ਥੋੜਾ ਸੁੱਖ ਦਾ ਸਾਹ ਲੈ ਕੇ ਖੇਤੀ ਕਰਨ ਲੱਗੇ ਸਨ ਕਿ ਹੁਣ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਨੂੰ ਐਕਵਾਇਰ ਕਰਨ ਦਾ ਨਵਾਂ ਫਰਮਾਨ ਆ ਗਿਆ ਹੈ, ਜਿਸ ਨੇ ਸੇਖੇਵਾਲ ਸਮੇਤ ਹੋਰਨਾਂ ਪਿੰਡਾਂ ਦੇ ਬਹੁਗਿਣਤੀ ਦਲਿਤ ਪਰਿਵਾਰਾਂ ਵਿੱਚ ਉਜਾੜੇ ਦਾ ਖੌਫ ਪੈਦਾ ਕਰ ਦਿੱਤਾ ਹੈ। ਸਾਡੇ ਪ੍ਰਤੀਨਿਧ ਅਨੂਪ ਬੈਂਸ ਦੀ ਇਹ ਰਿਪੋਰਟ ਜਿੱਥੇ ਇਹਨਾਂ ਲੋਕਾਂ ਦੇ ਦਰਦ ਨੂੰ ਬਿਆਨ ਕਰੇਗੀ, ਉੱਥੇ ਹੀ ਇਹਨਾਂ ਦੀ ਪਿੱਠ ਤੇ ਆਏ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੇ ਸ਼ੁਰੂ ਹੋਣ ਵਾਲੇ ਅੰਦੋਲਨ ਤੋਂ ਵੀ ਜਾਣੂ ਕਰਵਾਏਗੀ। ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਪਿੰਡ ਸੇਖੋਵਾਲ ਦੇ ਸਾਬਕਾ ਸਰਪੰਚ ਧੀਰ ਸਿੰਘ ਜੀ, ਜਿਨ੍ਹਾਂ ਨੇ ਇੱਕ ਬੜੀ ਹੀ ਲੰਬੀ ਲੜਾਈ ਇਸ ਜ਼ਮੀਨ ਦੇ ਲਈ ਲੜੀ ਹੈ, ਔਰ ਗੱਲਬਾਤ ਉਹਨਾਂ ਦੇ ਨਾਲ ਵੀ ਕਰਾਂਗੇ ਕਿ ਇਸ ਪੂਰੇ ਵਿਸ਼ੇ ਬਾਰੇ ਉਹ ਕੀ ਕਰੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਧੀਰ ਸਿੰਘ ਜੀ, ਇਸ ਜ਼ਮੀਨ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਤੁਸੀਂ ਲੜਾਈ ਲੜਦੇ ਆ ਰਹੇ ਹੋ, ਔਰ ਜਿਹੜਾ ਪੰਜਾਬ ਕੈਬਨਿਟ ਨੇ ਇੱਕ ਫੈਸਲਾ ਲਿਆ ਇੰਡਸਟਰੀਅਲ ਪਾਰਕ ਬਣਾਉਣ ਦਾ, ਉਹਦੇ ਬਾਰੇ ਤੁਸੀਂ ਕੀ ਰਾਏ ਰੱਖਦੇ ਹੋ? ਉਹਦੇ ਬਾਰੇ ਸਾਡੇ ਨਾਲ ਤਾਂ ਸਿੱਧਾ ਧੱਕੇਸ਼ਾਹੀ ਆ ਜੀ। 36 साल केस लड़िया, किसी महकमे का पैसा नहीं लगा। इन्होंने लोगों गरीबों को यही रुपया 100-100 200 इकट्ठा करके हाई कोर्ट सुप्रीम कोर्ट तक 36 साल भुगताए, पटियाए, जिथे नहीं उत्थे ही एक किसी महकमे का टका नहीं लगा। जे हुण 5-4 साल हो गए सानू जमीन वाहन लगे हैं तो आ नवा शोशा डाटा जी रिक्वायर कर दो। इस करके ये तो सीधी धक्केशाही है। सरकारां दा काम है लोकां नूं वसाउणा, सरकारां दा काम ये नहीं भी लोकां नूं याद दो। ये सरकार तो सिर्फ जानते हुई है। इस करके अही तो जमीन नहीं देनी, भावें सानू मरना पै जे, मार के लै जाणगे लै जाण। दूजी गल ये आ किसी भी जां ब्लाक महकमे का जां पैसा नहीं लगा। इन्हां लोकां ने 36 साल मेहनत कर करके दिहाड़ियां कर करके पैसे लाए। जे अज रोटी खाण का वेला हो गया तो इन्होंने 1000 रुपये वह जमीन करके रखती जी। ਤੁਹਾਡੀ ਜਿਹੜੀ ਮੌਜੂਦਾ ਪੰਚਾਇਤ ਹੈ ਇਸ ਪਿੰਡ ਸੇਖੋਵਾਲ ਦੀ, ਉਹ ਇਸ ਪੂਰੇ ਵਿਸ਼ੇ ਤੇ ਕੀ ਰਾਏ ਰੱਖਦੀ ਹੈ? पंचायत ਨੂੰ ਵੇਖੋ ਜੀ ਨੇ ਪਰ ਪੰਚਾਇਤ ਹੀ ਪੰਚਾਇਤ ਨੂੰ ਭਰਾਚੇ 'ਚ ਲੈ ਲਿਆ ਵੀ ਕੋਈ ਗੱਲ ਨਹੀਂ, ਸਾਡੇ ਇਹ ਸ਼ਰਤਾਂ 'ਚ ਮਨਜ਼ੂਰ ਕਰਨਗੇ ਤੇ ਅਸੀਂ ਜ਼ਮੀਨ ਦੇਵਾਂਗੇ। उन्होंने बस चुप करके DC साहब ने सद्या दफ्तरे, चलो जी
ਸੈਕਟਰੀ ਨੂੰ ਆਖਿਆ ਮਤਾ ਪਾ ਦੇ, ਇਹਨਾਂ ਕੋਲ ਸਾਈਨ ਕਰਾ ਲੇ, ਹੋਰ ਕੁਛ ਨਹੀਂ। ਕਿਸੇ ਪਿੰਡ ਨੂੰ ਨਹੀਂ ਪੁੱਛਿਆ ਵੀ ਕੀ ਹੋਣਾ ਕੀ ਨਹੀਂ ਹੋਣਾ। ਜੇ ਸਰਪੰਚ ਸਾਹਿਬ ਸਾਡੇ ਨੇ ਤੇ ਅੰਗੂਠਾ ਸਾਹਿਬ ਪਿਆ, ਜਨਾਨੀ ਲੇਡੀ ਆ, ਤੇ ਬਿੰਬਲ ਵੀ ਇਹਨੇ ਪੜ੍ਹੇ ਲਿਖੇ ਨਹੀਂ। ਦੀਪ ਸਿੰਘ ਖਾਲਸਾ ਜੀ ਜੋ ਕਿ ਬਿਜਲੀ ਅੰਦੋਲਨ ਦੇ ਹਲਕਾ ਇੰਚਾਰਜ ਨੇ ਸਾਨੇਵਾਲ ਤੋਂ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਪੂਰੀ ਮੁਹਿੰਮ ਜਿਹੜੀ ਉਹਨਾਂ ਨੇ ਇੱਕ ਛੇੜੀ ਆਮ ਆਦਮੀ ਪਾਰਟੀ ਦੇ ਵੱਲੋਂ, ਉਹ ਇਸ ਪੂਰੇ ਵਿਸ਼ੇ ਤੇ ਕੀ ਕਹਿਣਾ ਚਾਹੁੰਦੇ ਨੇ। ਇਹ ਜਿਹੜਾ ਪਿੰਡ ਸੇਖੋਵਾਲ ਆ, ਇਹਦੇ ਨਾਲ ਸੇਲ ਕਿਆਣਾ ਤੇ ਸਲਿਮਪੁਰ 416 ਕਿੱਲੇ ਇਹਨਾਂ ਦੇ ਨੇ, 20 ਕਿੱਲੇ ਜਿਹੜੇ ਸੇਲ ਕਿਆਣੇ ਦੇ ਆ ਔਰ 27 ਕਿੱਲੇ ਜਿਹੜੇ ਸਲਿਮਪੁਰ ਨਗਰ ਦੇ ਔਰ 5 ਕਿੱਲੇ ਗੜੀ ਫਾਜ਼ਲ ਦੇ ਆ। ਤੇ ਇਹ ਜਿਹੜੇ 3 ਪਿੰਡ ਨਰੋਲ ਐਸੀ ਭਾਈਚਾਰੇ ਦੇ ਨੇ। ਔਰ ਜਿਹੜੀ ਤੁਸੀਂ ਗੱਲ ਕੀਤੀ ਆ ਧਰਮਸੋਤ ਜੀ ਬਾਰੇ, ਬੜੇ ਸੁਣਿਆ ਸੀ ਕਿ ਉਹ ਐਸੀ ਪਰਿਵਾਰ ਚੋਂ ਨੇ ਔਰ ਹਮੇਸ਼ਾ ਐਸੀ ਭਾਈਚਾਰੇ ਲਈ ਆਵਾਜ਼ ਚੱਕਦੇ ਰਹੇ ਨੇ। ਮੈਨੂੰ ਲੱਗਦਾ ਕਿ ਜਿਹੜਾ ਇਹ ਇੱਕ ਆਪਣੇ ਦੇਸ਼ ਦੀ ਰੀਤੀ ਬਣ ਗਈ ਨਾ, ਜਿਵੇਂ ਨਰਿੰਦਰ ਮੋਦੀ ਜੀ ਇਸ ਟਾਈਮ ਜਿਹੜਾ ਆਪਣੇ ਦੇਸ਼ ਨੂੰ ਦੇਸ਼ ਦਾ ਨਿੱਜੀਕਰਨ ਕਰ ਰਹੇ, ਪ੍ਰਾਈਵੇਟ ਹੱਥਾਂ 'ਚ ਦੇ ਰਹੇ ਆ, ਤੇ ਕੈਪਟਨ ਸਾਹਿਬ ਵੀ ਉਸੇ ਰਸਤੇ ਚੱਲ ਰਹੇ ਆ। ਔਰ ਧਰਮਸੋਤ ਜੀ ਇਸ ਟਾਈਮ ਕੈਪਟਨ ਸਾਹਿਬ ਦੀ ਟੀਮ 'ਚ ਆ। ਉਹਨਾਂ ਨੂੰ ਪੈਸਾ ਆਉਂਦਾ ਦਿਖਦਾ ਆਪਦੇ ਘਰ ਨੂੰ, ਤੇ ਉਹਨਾਂ ਨੂੰ ਆਪਣਾ ਭਾਈਚਾਰਾ ਬਿਲਕੁਲ ਨਹੀਂ ਦਿਖ ਰਿਹਾ। ਬਿਲਕੁਲ ਵੀ ਉਹ ਇਸ ਗੱਲ ਲਈ ਸੁਹਿਰਦ ਨਹੀਂ ਹੈਗੇ ਕਿ ਦਲਿਤ ਭਾਈਚਾਰੇ ਨੇ ਐਡਾ ਵੱਡਾ ਧੱਕਾ। ਔਰ ਉਹ ਸਾਡੇ ਇੱਥੇ ਲੋਕਲ ਹੀਰਾ ਪਿੰਡ ਤੋਂ ਉਹਨਾਂ ਦਾ ਪਿਛੋਕੜ ਆ, ਪਾਂਗਲੀਆਂ ਤੋਂ, ਔਰ ਇਸ ਏਰੀਏ ਬਾਰੇ, ਇਹਨਾਂ ਪਿੰਡਾਂ ਬਾਰੇ ਕਿ ਇਹ ਐਸੀ ਭਾਈਚਾਰੇ ਦੇ ਪਿੰਡ ਆ, ਉਹ ਬਿਲਕੁਲ ਚੰਗੀ ਤਰ੍ਹਾਂ ਜਾਣਦੇ ਨੇ। ਪਰ ਉਹ ਬਿਲਕੁਲ ਇਸ ਟਾਈਮ ਉਹਨਾਂ ਦੇ ਜਿਹੜਾ ਜੇਬਾਂ ਦੇ ਵਿੱਚ ਮੋਟਾ ਰੁਪਈਆ ਜਾਂ ਮੋਟੇ ਹਿੱਸੇ ਪੱਤੀ ਉਹਨਾਂ ਦੀ ਜਿਹੜੀ ਹੈਗੀ ਆ, ਉਹ ਇਹ ਗੱਲ ਨੂੰ ਦਰਸਾਉਂਦੀ ਆ ਕਿ ਉਹਨਾਂ ਨੇ ਤਾਂ ਆਪਣੀਆਂ ਜੇਬਾਂ ਭਰਨੀਆਂ। ਉਹਨਾਂ ਨੂੰ ਪਤਾ ਵੀ ਆਉਣ ਵਾਲੇ ਟਾਈਮ 'ਚ ਸਾਡੀ ਸਰਕਾਰ ਬਣਨੀ ਨਹੀਂ, ਤੇ ਉਹ ਆਪਣੀਆਂ ਜੇਬਾਂ ਭਰਨ ਤੱਕ ਆ। ਦਲਿਤ ਭਾਈਚਾਰੇ ਲਈ ਉਹਨਾਂ ਦਾ ਕੋਈ ਵੀ ਹਮਦਰਦੀ ਜਾਂ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਦਾ ਸਟੈਪ ਨਹੀਂ। ਜੋ ਚਾਹੁੰਦੇ ਤਾਂ ਇਹਨੂੰ ਬਿਲਕੁਲ ਰੋਕ ਸਕਦੇ ਸੀ। ਪ੍ਰਦੀਪ ਜੀ, ਤੁਹਾਨੂੰ ਲੱਗਦਾ ਹੈ ਕਿ ਜੋ ਵੀ ਹੁਣ ਮੁਹਿੰਮਾਂ ਪੰਜਾਬ ਦੇ ਵਿੱਚ ਅਲੱਗ-ਅਲੱਗ ਥਾਂ ਤੇ ਲੋਕਾਂ ਵੱਲੋਂ ਕੋਈ ਮੁਹਿੰਮਾਂ ਛੇੜੀਆਂ ਗਈਆਂ ਨੇ, ਤੁਹਾਨੂੰ ਲੱਗਦਾ ਕਿ ਸਰਕਾਰ ਦੇ ਬੋਲੇ ਕੰਨਾਂ ਤੱਕ ਇਹ ਆਵਾਜ਼ ਪਹੁੰਚੇਗੀ? ਬਿਲਕੁਲ ਜੀ, ਆਵਾਜ਼ ਕਿਉਂ ਨਹੀਂ ਪਹੁੰਚੂਗੀ। ਆਵਾਮ ਜੇ ਚਾਹਵੇ ਤਾਂ ਇਕਮੁੱਠ ਹੋ ਜਾਵੇ ਤਾਂ ਸਰਕਾਰ ਦੇ ਜਿਹੜੇ ਕੰਨ ਵੀ ਖੁੱਲ ਜਾਣਗੇ ਤੇ ਸਰਕਾਰ ਨੂੰ ਮਜਬੂਰ ਵੀ ਹੋਣਾ ਪਊਗਾ। ਇਹ ਸਾਰੀ ਪਬਲਿਕ ਖੜੀ ਆ ਜੀ ਇੱਥੇ, ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਸਾਰੇ ਮੇਰੇ ਨਾਲ ਦੇ ਸਾਥੀਆਂ ਨੇ ਦੱਸਿਆ, ਸਾਡੀ ਆਮ ਆਦਮੀ ਪਾਰਟੀ ਦੀ ਸਾਹਨੇਵਾਲ ਦੀ ਪੂਰੀ ਟੀਮ, ਇੱਥੇ ਦੇ ਲੋਕਲ ਜਿਹੜੇ ਸਾਡੇ ਸਾਥੀ ਆ ਪਿੰਡਾਂ ਵਾਲੇ, ਇਹਨਾਂ ਦਾ ਸਹਿਯੋਗ ਦੇ ਨਾਲ ਜਿਸੇ ਵੀ ਤਰ੍ਹਾਂ ਦਾ ਸਾਨੂੰ ਸੰਘਰਸ਼ ਕਰਨਾ ਪਿਆ, ਚਾਹੇ ਉਹ ਮਰਨ ਵਰਤ ਦਾ ਕਿਉਂ ਨਾ ਹੋਵੇ, ਅਸੀਂ ਹਰ ਸੰਘਰਸ਼ ਲਈ ਤਿਆਰ ਹਾਂ। ਆਮ ਲੋਕਾਂ ਦੇ ਹੱਕਾਂ ਲਈ, ਦਲਿਤ ਭਾਈਚਾਰੇ ਦੇ ਹੱਕਾਂ ਲਈ, ਔਰ ਇਹਨਾਂ ਪਿੰਡਾਂ ਦੇ, ਔਰ ਖਾਸ ਕਰਕੇ ਇਹ ਜ਼ਮੀਨ ਜਿਹੜੀ ਇਹ ਕਿਸਾਨੀ ਨਾਲ ਸੰਬੰਧ ਰੱਖਦੀ ਆ, ਕਿਉਂਕਿ ਇਹ ਸਾਰੀ ਜ਼ਮੀਨ 5-5 ਕਿੱਲੇ ਦੇ ਪਲਾਟ ਬਣਾ ਕੇ ਗਰੀਬ ਲੋਕਾਂ ਨੂੰ ਰੁਜ਼ਗਾਰ ਚਲਾਉਣ ਲਈ ਦਿੱਤੀ ਗਈ ਸੀ। ਜਿਹੜੀ ਆਲੂ ਫਾਰਮ ਦੀ ਜ਼ਮੀਨ ਆ ਟੋਟਲੀ ਉਹ ਵੀ ਐਗਰੀਕਲਚਰਲ ਲੈਂਡ ਆ, ਔਰ ਜਿਹੜੀ ਆਪਣੇ ਬਾਗਬਾਨੀ ਦੀ ਜਾਂ ਜਿਹੜੀ ਸਾਡਾ ਫਾਰਮ ਆ ਸਰਕਾਰੀ, ਉਹਦੇ 'ਚ ਹਰਾ ਚਾਰਾ ਬੀਜ ਫਾਰਮ ਮੇਰੇ ਪਿੰਡ ਦੇ ਨਾਲ ਲੱਗਦਾ ਗੜੀ ਫਾਜ਼ਲ ਦੇ, ਤੇ ਉਹਦੇ ਵਿੱਚ ਵੀ ਕੁਝ ਏਕੜ ਜਿਹੜੇ ਹੈਗੇ ਆ 20-25 ਏਕੜ ਸ਼ਾਇਦ ਜੰਗਲਾਤ ਵਿਭਾਗ ਦੇ ਹੈਗੇ ਆ। ਉਹ ਸਾਰੇ ਦਾ ਸਾਰਾ ਜਿਹੜਾ ਹੈਗਾ ਆ ਉਹ ਜਿਹੜਾ ਖੇਤੀਬਾੜੀ ਨਾਲ ਸੰਬੰਧਿਤ ਜ਼ਮੀਨ ਆ। ਅਸੀਂ ਬਿਲਕੁਲ ਨਹੀਂ ਇਹ ਜਿਹੜੀ ਖੇਤੀਬਾੜੀ ਨਾਲ ਸੰਬੰਧਿਤ ਜ਼ਮੀਨ ਇਹ ਜਿਹੜਾ ਇੰਡਸਟਰੀਅਲ ਪਾਰਕ ਲਈ ਜਾਣ ਦੇਵਾਂਗੇ ਜੀ। ਚਰਨ ਸਿੰਘ ਹਵਾਸ ਆਮ ਆਦਮੀ ਪਾਰਟੀ ਵੱਲੋਂ ਅੱਜ ਸਾਹਨੇਵਾਲ ਹਲਕੇ ਦੇ ਸ਼ੇਖੋਵਾਲ ਪਿੰਡ ਦੇ ਵਿੱਚ ਖੜੇ ਆ। ਨਗਰ ਨਿਵਾਸੀ ਵੀ ਇੱਥੇ ਖੜੇ ਆ। ਜਿਹੜਾ ਕੈਪਟਨ ਸਰਕਾਰ ਨੇ ਕੈਬਨਿਟ ਦੇ ਵਿੱਚ ਫੈਸਲਾ ਲਿਆ ਵੀ 1000 ਕਿੱਲਾ ਮੱਤੇਵਾੜੇ ਜੰਗਲਾਤ ਦੇ ਨਾਲ ਲੱਗਦਾ, ਜੋ ਖੇਤੀਬਾੜੀ ਇੱਥੇ ਹੋ ਰਹੀ ਆ, ਸਾਰਾ ਪਿੰਡ ਇਸੇ ਤੇ ਨਿਰਭਰ ਆ। ਪੰਚਾਇਤ ਦੀ ਜ਼ਮੀਨ ਆ, ਸਾਰੇ ਪਿੰਡ ਉੱਥੇ ਖੇਤੀ ਕਰਕੇ ਆਪਦੀ ਰੋਜੀ ਰੋਟੀ ਕਮਾਉਂਦਾ। ਉਹਨੂੰ ਅਕਵਾਇਰ ਕਰਨ ਦਾ ਫੈਸਲਾ ਕਰ ਲਿਆ। ਇਹਦੇ ਵਿੱਚ ਸ਼ੇਖੋਵਾਲ ਨਾਲ ਲੱਗਦੇ 3-4 ਪਿੰਡ ਪੈਂਦੇ ਨੇ, ਗੜੀ ਫਾਜ਼ਲਾ, ਸਿਲਕਿਆਣਾ, ਹੈਦਰ ਨਗਰ ਆ। ਇਹਦਾ ਜੰਗਲ ਦੇ ਨਾਲ ਬਹੁਤ ਵਧੀਆ ਵਾਤਾਵਰਨ ਆ। ਵਾਤਾਵਰਨ ਪ੍ਰੇਮੀ ਪੰਜਾਬ ਦੇ ਇਸ ਅਕਵਾਇਰ ਤੇ ਬੜੇ ਦੁਖੀ ਨੇ। ਸਭ ਦੇ ਫੋਨ ਆ ਰਹੇ ਨੇ ਵੀ ਇੱਥੇ ਇੱਕ ਵੱਡਾ ਸੰਘਰਸ਼ ਕੀਤਾ ਜਾਵੇ। ਇਹ ਜਿਹੜਾ ਏਰੀਆ, ਇਹਦੇ ਵਿੱਚ ਜਿਹੜੀ ਇੰਡਸਟਰੀ ਲਾਉਣ ਨੂੰ ਇਹ ਕਹਿੰਦੇ ਨੇ, ਇੰਡਸਟਰੀ ਦਾ ਪੰਜਾਬ ਦੇ ਵਿੱਚੋਂ ਕਿੰਨੀ ਇੱਥੋਂ ਕੂਚ ਕਰ ਗਈ, ਇੱਥੋਂ ਚਲੇ ਹਿਮਾਚਲ ਦੇ ਵਿੱਚ ਚਲੇ ਗਈ ਆ। ਹਵਾਸ ਜੀ, ਤੁਸੀਂ ਇੰਡਸਟਰੀ ਦੀ ਗੱਲ ਕਰ ਰਹੇ ਹੋ। ਪੰਜਾਬ ਸਰਕਾਰ ਵੱਲੋਂ ਪਹਿਲਾਂ ਵੀ ਕਈ ਇੰਡਸਟਰੀਅਲ ਪਾਰਕ ਬਣਾਏ ਗਏ ਨੇ, ਫੋਕਲ ਪੁਆਇੰਟਸ ਬਣਾਏ ਗਏ ਨੇ। ਉਹਨਾਂ ਦੇ ਵਿੱਚ ਵੀ ਅੱਜ ਦੇ ਸਮੇਂ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਕਈ ਪਲਾਟ ਨੇ ਜਿਹੜੇ ਖਾਲੀ ਪਏ ਹੋਏ ਨੇ ਜਾਂ ਇੰਡਸਟਰੀਆਂ ਨਹੀਂ ਲੱਗੀਆਂ, ਬੜੇ ਸਸਤੇ ਰੇਟਾਂ ਤੇ ਪਲਾਟ ਵੇਚੇ ਗਏ। ਔਰ ਅਜਿਹੇ ਸਮੇਂ ਦੇ ਵਿੱਚ ਇੱਕ ਨਵਾਂ ਇੰਡਸਟਰੀਅਲ ਪਾਰਕ ਬਣਾਉਣ ਦੀ ਕਿੰਨੀ ਕੁ ਜ਼ਰੂਰਤ ਪੰਜਾਬ ਸਰਕਾਰ ਨੂੰ? ਨਵਾਂ ਇੰਡਸਟਰੀਅਲ ਜਿਹੜਾ ਪਾਰਕ ਬਣਾਉਣ ਦੀ ਕੋਈ ਤੁੱਕ ਨਹੀਂ ਬਣਦੀ, ਕਿਉਂਕਿ ਪਹਿਲੇ ਹੀ ਚਲਾ ਲੈਣ। ਤੁਸੀਂ ਦੇਖੋ ਜਾ ਕੇ, ਚਾਹੇ ਉਹ ਗੋਬਿੰਦਗੜ੍ਹ ਆ ਚਾਹੇ ਲੁਧਿਆਣਾ, ਬਹੁਤ ਜਿਹੜੇ ਇੰਡਸਟਰੀ ਪਾਰਕ ਬਣਾਏ ਸੀ, ਅੱਜ ਉਹ ਚਿਮਨੀਆਂ 'ਚ ਧੂੰਆਂ ਕਿਸੇ 'ਚ ਨਹੀਂ ਨਿਕਲਦਾ। ਬਹੁਤ ਸਾਰੀ ਇੰਡਸਟਰੀ ਇੱਥੋਂ ਹਿਮਾਚਲ ਦੇ ਵਿੱਚ ਮੂਵ ਹੋ ਗਈ ਆ, ਕਿਉਂਕਿ ਇੱਥੇ ਪੰਜਾਬ ਸਰਕਾਰ ਉਹਨਾਂ ਨੂੰ ਕੋਈ ਸਹੂਲਤ ਨਹੀਂ ਦੇ ਰਹੀ। ਇੱਥੇ ਵੀ ਇੱਕ ਇਹਨਾਂ ਦਾ ਇੱਕ ਸਟੰਟ ਆ, ਇੱਥੇ ਬਣਨਾ ਕੁਛ ਨਹੀਂ। ਸਰਮਾਏਦਾਰ ਘਰਾਣਿਆਂ ਨੂੰ ਇਹਨਾਂ ਨੇ ਪਲਾਟ ਦੇਣੇ ਆ, ਕੁਛ ਆਪਦੇ ਹਿੱਸੇ ਰੱਖਣੇ ਨੇ ਵਿੱਚ। ਇਹ ਤਾਂ ਇਹਦੇ ਲਈ ਅਸੀਂ ਫੈਸਲਾ ਕੀਤਾ ਆਮ ਆਦਮੀ ਪਾਰਟੀ ਨੇ। ਅੱਜ ਸਾਡੀ ਹਾਈ ਕਮਾਂਡ ਨਾਲ
ਭਗਵੰਤ ਮਾਨ ਜੀ ਨਾਲ ਵੀ ਗੱਲ ਹੋਈ ਆ, ਅੱਜ ਪ੍ਰੈਸ ਕਾਨਫਰੰਸ ਵੀ ਚੱਲਦੀ ਸੀ ਇਸੇ ਪਿੱਛੇ ਦੇ ਤੇ ਮੱਤੇਵਾੜੇ ਜੰਗਲ ਬਾਰੇ ਵੀ ਅਸੀਂ ਇੱਕ ਵੱਡਾ ਫੈਸਲਾ ਲਵਾਂਗੇ। ਇੱਥੇ ਅਸੀਂ ਚਾਹੇ ਭੁੱਖ ਹੜਤਾਲ ਕਰੀਏ, ਮਰਨ ਵਰਤ ਤੱਕ ਸਾਰੇ ਲੋਕਾਂ ਨੂੰ ਨਾਲ ਲੈ ਕੇ, ਨਗਰ ਨਿਵਾਸੀਆਂ ਨੂੰ, ਆਲੇ ਦੇ ਇਲਾਕੇ ਨੂੰ, ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਇੱਥੇ ਵੱਡਾ ਸੰਘਰਸ਼ ਛੇੜਾਂਗੇ। ਜੋ ਪੰਜਾਬ ਸਰਕਾਰ ਵੱਲੋਂ ਨਾਦਰਸ਼ਾਹੀ ਫਰਮਾਨ ਦੇ ਨਾਲ ਜੋ ਇਹਨਾਂ ਜੰਗਲ ਦੇ ਨਾਲ ਲੱਗਦੇ ਪਿੰਡਾਂ ਦੀ ਜ਼ਮੀਨ ਅਕਵਾਇਰ ਕਰਨ ਵਾਸਤੇ ਜੋ ਫੈਸਲਾ ਕੀਤਾ ਗਿਆ ਹੈ, ਇਹ ਬਹੁਤ ਹੀ ਮੰਦਭਾਗਾ ਹੈ। ਕਿਸੇ ਟਾਈਮ ਜੋ ਮੱਤੇਵਾੜਾ ਰੇਂਜ ਦੇ ਪਿੰਡ ਹਨ, ਮੱਤੇਵਾੜੇ ਪਿੰਡ ਨੂੰ ਬਹੁਤ ਪਹਿਲਾਂ ਹੀ ਇਹਨਾਂ ਨੇ ਡਿਵੈਲਪਮੈਂਟ ਦੇ ਪੱਖੋਂ ਉਹਨਾਂ ਨੇ ਲਿਆ ਸੀਗਾ, ਔਰ ਇੱਥੇ ਕਿਸਾਨੀ ਦੇ ਨਾਲ ਸੰਬੰਧਿਤ ਜਿਵੇਂ ਬਾਗਬਾਨੀ ਹੋ ਗਈ ਜਾਂ ਪਸ਼ੂਆਂ ਦੇ ਨਾਲ ਸੰਬੰਧਿਤ ਜਾਂ ਆਲੂ ਫਾਰਮ ਜੋ ਵੀ ਆ, ਉਹ ਜ਼ਮੀਨ ਇਹਨਾਂ ਨੇ ਰੋਕ ਕੇ ਉੱਥੇ ਉਸ ਹਿਸਾਬ ਦੇ ਨਾਲ ਪ੍ਰੋਜੈਕਟ ਲਾਏ ਸੀਗੇ ਤਾਂ ਕਿ ਜੋ ਕਿਸਾਨੀ ਨੂੰ ਆਪਾਂ ਉਤਸ਼ਾਹਿਤ ਕਰਕੇ ਨਵੀਆਂ ਕਾਢਾਂ ਕੱਢ ਕੇ ਉਹਨਾਂ ਨੂੰ ਅਗਾਂਹ ਲੈ ਜਾ ਸਕੀਏ। ਦਰਿਆ ਦੇ ਨਾਲ ਲੱਗਦਾ ਜ਼ਮੀਨ ਆ, ਔਰ ਇੱਥੇ ਜ਼ਿਆਦਾਤਰ ਗਰੀਬ ਤਬਕਾ ਰਹਿੰਦਾ ਆ। ਸੋ ਕਿਸੇ ਟਾਈਮ ਕੈਪਟਨ ਨੂੰ ਪਾਣੀਆਂ ਦਾ ਰਾਖਾ ਜਾਂ ਕਿਸਾਨਾਂ ਦਾ ਮਸੀਹਾ ਕਹਿ ਕੇ ਵੀ ਕਿਹਾ ਜਾਂਦਾ ਰਿਹਾ, ਔਰ ਇਸੇ ਕਰਕੇ ਸ਼ਾਇਦ ਪਿਛਲੀ ਵਾਰ ਲੋਕਾਂ ਨੇ ਭੁੱਲ ਕਰਕੇ ਉਹਨਾਂ ਨੂੰ ਵੋਟਾਂ ਪਾ ਦਿੱਤੀਆਂ। ਪਰ ਤੁਸੀਂ ਦੇਖ ਲਓ ਇਹ ਏਰੀਏ ਬੇਟ ਏਰੀਏ ਦੇ ਵਿੱਚ ਮਾਛੀਵਾੜਾ ਸਾਹਿਬ ਤੋਂ ਲੈ ਕੇ ਇੱਧਰ ਬਸਤੀ ਜੋਧੇਵਾਲ ਤੱਕ ਚਲੇ ਜਾਓ, ਲੁਧਿਆਣੇ ਅਤੇ ਇੱਧਰ ਦਾ ਏਰੀਆ, ਤੁਹਾਨੂੰ ਕੋਈ ਵੀ ਸਰਕਾਰੀ ਹਸਪਤਾਲ ਜਾਂ ਸਰਕਾਰੀ ਸਕੂਲ ਜਾਂ ਕਾਲਜ ਕੋਈ ਵਧੀਆ ਨਹੀਂ ਮਿਲੂਗਾ। ਲੋਕਾਂ ਦੀ ਇੰਨੀ ਮਾੜੀ ਹਾਲਤ ਆ, ਉਸ ਪਾਸੇ ਵੱਲ ਧਿਆਨ ਨਹੀਂ ਦੇ ਰਿਹਾ ਔਰ ਜ਼ਮੀਨਾਂ ਨੂੰ ਰੋਕ ਕੇ ਇੰਡਸਟਰੀ ਵੱਲ ਧਿਆਨ ਦੇ ਰਿਹਾ। ਮੈਂ ਤਾਂ ਕਹਿੰਦਾ ਜਿਹੜੀ ਪਹਿਲੀ ਇੰਡਸਟਰੀ ਆ ਉਹ ਸਾਂਭ ਲੈਣ। ਮੰਡੀ ਗੋਬਿੰਦਗੜ੍ਹ ਦੇਖੋ ਤੁਸੀਂ ਫੇਲ ਹੋ ਗਿਆ। ਸਿਟੀ ਸਕੈਂਡਲ ਦੇ ਵਿੱਚ ਜੋ ਸਿੱਧਾ ਨਾਮ ਆਇਆ ਸੀਗਾ ਕੈਪਟਨ ਸਾਹਿਬ ਦਾ, ਉਹਦਾ ਦੇਖੋ ਜਾ ਕੇ ਹਾਲ ਲੁਧਿਆਣੇ ਦੇ ਵਿੱਚ। ਉਹ ਕਿੰਨੇ ਸਾਲ ਹੋ ਗਏ, ਇੰਨੀ ਬਿਲਡਿੰਗ ਅਧੂਰੀ ਖੜੀ ਆ, ਸਰੀਏ ਉੱਥੇ ਗਲ ਗਏ ਆ, ਕਿੰਨਾ ਉੱਥੇ ਸਰਕਾਰੀ ਪੈਸਾ ਬਰਬਾਦ ਹੋਇਆ। ਉਸ ਪਾਸੇ ਵੱਲ ਧਿਆਨ ਨਹੀਂ। ਜੋ ਪਹਿਲੀ ਇੰਡਸਟਰੀ ਆ ਉਹਨੂੰ ਉਹ ਚਾਲੂ ਕਰ ਲੈਣ, ਉਹਦਾ ਡਿਵੈਲਪਮੈਂਟ ਕਰ ਲੈਣ, ਬਜਾਏ ਕਿ ਉਪਜਾਊ ਜ਼ਮੀਨ ਆ ਜੋ ਪਿੰਡ ਵਾਸੀਆਂ ਨੇ, ਇਲਾਕਾ ਨਿਵਾਸੀਆਂ ਨੇ ਬੜੀ ਮਿਹਨਤ ਦੇ ਨਾਲ ਅਦਾਲਤਾਂ ਦੇ ਵਿੱਚ ਆਪਣੇ ਧੱਕੇ ਖਾ ਕੇ ਉੱਥੋਂ ਆਪਣੇ ਹੱਕ ਦੇ ਵਿੱਚ ਫੈਸਲਾ ਕਰਾਇਆ ਔਰ ਇਸ ਨੂੰ ਆਬਾਦ ਬਣਾ ਕੇ ਹੁਣ ਆਪਣੇ ਪਰਿਵਾਰਾਂ ਦੀ ਰੋਜੀ ਰੋਟੀ ਚਲਾ ਰਹੇ ਹਨ। ਤੋ ਜੋ ਸਰਕਾਰ ਦਾ ਜੋ ਫੈਸਲਾ ਹੈ, ਅਸੀਂ ਇਹਦੇ ਖਿਲਾਫ ਇਹਨਾਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਵੱਡਾ ਸੰਘਰਸ਼ ਕਰਾਂਗੇ, ਜਿੱਥੇ ਤੱਕ ਵੀ ਜਾਣਾ ਪਿਆ, ਚਾਹੇ ਸਾਨੂੰ ਭੁੱਖ ਹੜਤਾਲ ਕਰਨੀ ਪਵੇ ਜਾਂ ਸਾਰੇ ਇਲਾਕੇ ਦਾ ਸਹਿਯੋਗ ਲੈ ਕੇ ਜੋ ਵੀ ਸਾਨੂੰ ਕੰਮ ਕਰਨਾ ਪਿਆ, ਅਸੀਂ ਇਲਾਕੇ ਦੇ ਨਿਵਾਸੀਆਂ ਦੇ ਸਹਿਯੋਗ ਨਾਲ ਕਰਾਂਗੇ ਔਰ ਕਿਸੇ ਵੀ ਕੀਮਤ 'ਤੇ ਇਹ ਜ਼ਮੀਨ ਸਰਕਾਰੀ ਜੋ ਇੰਡਸਟਰੀ ਏਰੀਆ ਦੇ ਵਾਸਤੇ ਰਿਕਵਾਇਰ ਕੀਤੀ ਜਾ ਰਹੀ ਹੈ, ਇਹ ਨਹੀਂ ਹੋਣ ਦੇਵਾਂਗੇ। ਅਸੀਂ ਤਾਂ ਪੂਰੇ ਦੁਖੀ ਹਾਂ ਜੀ, ਭੁੱਖੇ ਮਰ ਜਾਵਾਂਗੇ ਜੇ ਜ਼ਮੀਨ ਰਿਕਵਾਇਰ ਹੋ ਗਈ ਤਾਂ। ਬਿਲਕੁਲ ਧੱਕਾ ਹੋ ਰਿਹਾ ਸਾਡੇ ਪਿੰਡ ਨਾਲ। ਜੋ ਵੀ ਮਤੇ ਪਵਾਏ ਗਏ ਨੇ ਪੰਚਾਇਤ ਕੋਲ ਤੇ ਧੋਖੇ ਧੜੀ ਦੇ ਨਾਲ ਪਵਾਏ ਗਏ। ਸਰਕਾਰ ਨੇ ਬਹੁਤ ਧੋਖਾ ਕੀਤਾ ਜੀ। ਹਾਂਜੀ, ਬਹੁਤ ਜ਼ਿਆਦਾ ਧੋਖਾ ਹੋ ਰਿਹਾ। ਤੁਸੀਂ ਅਸੀਂ ਸਰਕਾਰ ਬਹੁਤ ਕੋਲੋਂ ਕੀ ਮੰਗ ਰੱਖਦੇ ਹੋ ਹੁਣ ਇਸ ਪੂਰੇ ਅਸੀਂ ਮੰਗ ਰੱਖਦੇ ਹਾਂ ਜੀ ਵੀ ਜਿਵੇਂ ਕਿਵੇਂ ਅਸੀਂ ਜ਼ਮੀਨ ਜਾਂ ਚਕੋਤਾ ਦੇ ਕੇ ਵਾਹ ਰਹੇ ਸੀ, ਉਸੇ ਢੰਗ ਨਾਲ ਅਸੀਂ ਗਾਂਹ ਵਾਹੀ ਜਾਵਾਂਗੇ। ਜ਼ਮੀਨ ਸਾਡੇ ਕੋਲ ਰਹਿਣੀ ਚਾਹੀਦੀ ਆ, ਇਹੋ ਹੀ ਸਾਡਾ ਰੋਟੀ ਦਾ ਰੁਜ਼ਗਾਰ ਆ ਜੀ। ਮੇਰੀ ਉਮਰ 70 ਸਾਲ ਦੀ ਹੋ ਗਈ। ਸਾਡੇ ਬਜ਼ੁਰਗਾਂ ਨੇ ਪਤਾ ਨਹੀਂ ਉਹ ਬਜ਼ੁਰਗਾਂ ਦੇ ਸਮੇਂ ਦੇ ਵਿੱਚ ਇਹ ਜ਼ਮੀਨ ਸੇਖੋਵਾਲ ਵਾਹੁੰਦਾ ਸੀ ਤੇ ਔਰ ਧੱਕਾ ਹੋ ਰਿਹਾ ਸੇਖੋਵਾਲ ਦੇ ਬੰਦਿਆਂ ਨਾਲ। ਇੰਨੀ ਮਿਹਨਤ ਗਰੀਬ ਬੈਠੇ ਇੱਥੇ ਅੱਜ ਕਿਵੇਂ ਜ਼ਮੀਨ ਛਡਾ ਰਹੇ ਹਨ। ਔਰ ਜੰਗਲ ਦੀ ਗੱਲ ਆ, ਮੈਂ ਇਹ ਦੇਖਦਾ ਕਿ ਸਾਡੇ ਬਜ਼ੁਰਗਾਂ ਨੇ ਜੰਗਲਵਾਦ ਕੀਤਾ। ਅੱਜ ਕਹਿੰਦੇ ਜੰਗਲ ਅਸੀਂ ਪੱਟ ਦੇਣਾ, ਉਹ ਕਰ ਦੇਣਾ। ਇਹ ਕੌਣ ਹੁੰਦੇ ਆ ਵੀ ਕਿੰਨੀਆਂ ਸਰਕਾਰਾਂ ਬਦਲ ਕੇ ਚੱਲ ਗਈਆਂ। ਤੇ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਮੈਂ ਵੀ ਕੈਪਟਨ ਸਾਹਿਬ ਸਾਡੇ ਬੁੜੇ ਹੀ ਮਰ ਗਏ ਸੀ, ਮਰ ਜਾਣਾ ਵੀ ਜੰਗਲ ਅੱਜ ਨਹੀਂ ਪੱਟਿਆ ਕਹਿੰਦੇ, ਤੂੰ ਕੌਣ ਨਾ ਪੱਟਣ ਵਾਲਾ। ਅਸੀਂ ਆਮ ਆਦਮੀ ਪਾਰਟੀਆਂ ਸੀ, ਅਸੀਂ ਮੋਢੇ ਨਾਲ ਮੋਢਾ ਲਾਵਾਂਗੇ, ਕਿਸੇ ਨਾਲ ਧੱਕਾ ਨਹੀਂ ਹੋਣ ਦੇਵਾਂਗੇ ਗਰੀਬਾਂ ਨਾਲ, ਅਸੀਂ ਕੋਈ ਨਜਾਇਜ਼ ਕੰਮ ਨਹੀਂ ਹੋਣ ਦੇਵਾਂਗੇ। ਇਹਨਾਂ ਦੀਆਂ ਗੱਲਾਂ ਬਹੁਤ ਮਾੜੀਆਂ, ਮਾੜੇ ਕੰਮ ਕਰਦੇ ਆ। ਇਹ ਅਸੀਂ ਮਾੜੇ ਕੰਮ ਨਹੀਂ ਚੱਲਣ ਦੇਵਾਂਗੇ।